ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਮੋਂ ਮਨ ਦਿਨ ਨੀਤ ਖੋਲ ਕਪਟ ਗੁਰੂ ਮੇਲਿਆ ਨਾਨਕ ਹਰ ਸੰਗ ਮੀਤ। ਖੋਲ ਕਪਟ ਗੁਰੂ ਮੇਲਿਆ ਨਾਨਕ ਹਰ ਸੰਗ ਮੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੇ ਮਹਿਲਾ ਪੰਜਵਾ। ਪਰ ਹਰਣਾ ਲੋਭ ਝੂਠ ਨਿੰਦ ਇਵਹੇ ਕਰਤ ਗੁਧਾਰੇ। ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੇਠੇ ਏ ਟੇਕ ਮਨੈ ਸਾਧਾਰੇ। ਸਾਕਤ ਕੀ ਆਵਰਤਾ ਜਾਏ ਬਿਰਥਾਰੇ। जैसे कागद के भार मूसा टूक गवावत काम नहीं गवारे। साकत की आवर्ता जाए बिरथारे। जैसे कागद के भार मूसा टूक गवावत काम नहीं गावारे। रहाओ कर कृपा पार ब्रह्म स्वामी ए बंधन छुटकारे। बूढ़त अंध नानक प्रभ काढ़त साध जना संगारे। कर कृपा पार ब्रह्म स्वामी ए बंधन छुटकारे। बूढ़त अंध नानक प्रभ काढ़त साध जना संगारे। वाहिगुरु जी का खालसा वाहिगुरु जी की फतेह। परम सम्मानयोग जुगो जुगो अटल धन धन सतगुरु हाजरा हजूर सर्ब कला भरपूर जागदी जोत चवर छतर तखत दे मालिक दसां पातशाहियां दी आत्मक जोत श्री गुरु ग्रंथ साहिब महाराज जी के पावन पवित्र हजूरी अंदर जुड़ बैठे गुरु सवारे सत्संगी जनों आप जी वडभागी हो जो साहिबा ने अपनी रहमत बख्शिश कृपा करके गुरु जी गोद अंदर बैठण का सुभाग समा बख्शे। आप जी गुरु घर के कीर्तनिया पासों गुरबाणी के हर जस कीर्तन श्रवण कर रहे सी। उपरंत धन सतगुरु गुरु अर्जन साहिब महाराज तिन्हां दी रसना तो उचारण किए हुए पावन बचन जो धनासरी राग अंदर गुरु ग्रंथ साहिब महाराज जी के पावन अंग 681 ते सुभायमान हैं आप जी ने श्रवण किए। पावन शब्द अंदर सतगुरु जी एक साकत मनुख का जीवन बयान करते हैं। ਜਦੋਂ ਅਸੀਂ ਸਾਕਤ ਸ਼ਬਦ ਪੜ੍ਹਦੇ ਹਾਂ, ਕਿਸੇ ਸਾਕਤ ਮਨੁੱਖ ਬਾਰੇ ਗੱਲ ਕਰਦੇ ਹਾਂ,
ਤੇ ਸਾਨੂੰ ਵੀ ਜੇ ਲੱਗਦਾ ਕਿਸੇ ਬਹੁਤ ਹੀ ਮਾੜੇ ਮਨੁੱਖ ਦੀ ਗੁਰੂ ਸਾਹਿਬ ਗੱਲ ਕਰਦੇ ਹੋਣ, ਉਹ ਮਨੁੱਖ ਬਹੁਤ ਗਲਤ ਹੋਵੇਗਾ ਜਿਹਨੂੰ ਸਾਹਿਬ ਨੇ ਸਾਕਤ ਕਿਹਾ। ਕਿਉਂਕਿ ਗੁਰਬਾਣੀ ਵਿੱਚ ਸਾਹਿਬ ਨੇ ਇੱਦਾਂ ਵੀ ਕਿਹਾ ਵੀ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਏ ਭਾਗ ਬਾਸਨ ਕਾਰੋ ਪਰਸੀਐ, ਤੋ ਕਛਲਾ ਕਹਿਦਾ ਵੀ ਸਾਕਤ ਨੂੰ ਤੁਹਾਨੂੰ ਮਿਲ ਜਾਏ ਤੇ ਦੂਰੋਂ ਹੀ ਪਰਾਂ ਹੋ ਜਾਣਾ। ਜਿਵੇਂ ਕਾਲੇ ਬਰਤਨ ਨੇ, ਕਾਲੇ ਬਰਤਨ ਸਾਡੇ ਕੱਪੜੇ ਗੰਦੇ ਕਰ ਦਿੰਦੇ ਹਨ, ਕਹਿੰਦੇ ਬਸ ਸਾਕਤ ਨੂੰ ਤੁਹਾਡੀ ਜ਼ਿੰਦਗੀ ਤਬਾਹ ਕਰ ਦੇ। ਬੜਾ ਕੁਝ ਲਿਖਿਆ ਸਾਕਤ ਬਾਰੇ ਕਿ ਸਾਕਤ ਤੇ ਸ਼ੂਕਰ ਭਲਾ ਅੱਛਾ ਰੱਖੈ ਗਾਉ, ਸਾਕਤ ਬੱਪਰਾ ਮਰ ਗਿਆ ਕੋਈ ਨਾ ਲਹਿ ਨਾਉ। ਕਿ ਸਾਕਤ ਮਨੁੱਖ ਜਿਹੜਾ ਸ਼ੂਕਰ ਵਰਗਾ, ਸੂਰ ਤੋਂ ਵੀ ਮਾੜਾ ਜੇ। ਸਾਕਤ ਤੇ ਸ਼ੂਕਰ ਭਲਾ, ਤੇ ਸਾਕਤ ਬਹੁਤ ਮਾੜਾ ਹੈ ਤੇ ਸ਼ੂਕਰ ਸੂਰ ਚੰਗਾ ਹੈ। ਹੁਣ ਅਸੀਂ ਵਿਚਾਰਨਾ ਵੀ ਸਾਕਤ ਹੈ ਕੌਣ। ਇੱਥੇ ਸਾਹਿਬ ਕਹਿਣ ਲੱਗੇ ਸਾਕਤ ਕੀ ਆਵਰਦਾ ਜਾਏ ਬਿਰਥਾਰੀ। ਆਵਰਦਾ ਕਹਿੰਦੇ ਨੇ ਉਮਰ ਨੂੰ। ਗੁਰਬਾਣੀ ਵਿੱਚ ਆਰਜਾ ਵੀ ਲਿਖਿਆ ਹੈ, ਇੱਥੇ ਆਵਰਦਾ ਲਿਖਿਆ ਹੈ, ਮਤਲਬ ਉਮਰ ਹੀ ਹੈ ਕਿ ਸਾਕਤ ਮਨੁੱਖ ਦੀ ਜਿਹੜੀ ਉਮਰ ਹੈ ਉਹ ਵਿਅਰਥ ਬਤੀਤ ਹੁੰਦੀ ਹੈ। ਵਿਅਰਥ ਸੰਸਾਰ ਦੇ ਵਿਅਰਥ ਕੰਮ ਕਰਦਿਆਂ ਕਰਦੇ ਉਹਦੀ ਉਮਰ ਲੰਘ ਜਾਂਦੀ ਹੈ। ਤੇ ਉਦਾਹਰਨ ਕਹਿੰਦੇ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਾਵਾਰੀ। ਮੂਸਾ ਕਹਿੰਦੇ ਚੂਹੇ। ਗੁਰਬਾਣੀ 'ਚ ਕਾਗਜ਼ ਸ਼ਬਦ ਲਿਖਿਆ ਤੇ ਕਾਗਦ ਵੀ ਲਿਖਿਆ ਹੋਇਆ, ਤੇ ਕਾਗਦ ਹੈ ਤੇ ਜਿਵੇਂ ਕੋਈ ਚੂਹਾ ਕਾਗਜ਼ਾਂ ਦੇ ਮਣਾ ਮੁਣੀ ਢੇਰ ਪਏ ਹੋਣ, ਬਹੁਤ ਸਾਰੀਆਂ ਕਿਤਾਬਾਂ ਹੋਣ, ਅਖਬਾਰਾਂ ਹੋਣ, ਉਹਨੂੰ ਕੱਟੀ ਜਾਵੇ, ਆਪਣੇ ਦੰਦਾਂ ਨਾਲ ਕੁਤਰੀ ਜਾਏ, ਉਹਨਾਂ ਨੂੰ ਢੇਰ ਲਾ ਦੇਵੇ, ਪਰ ਕਹਿੰਦੇ ਉਸ ਗਵਾਰ ਦੇ ਕੋਈ ਕੰਮ ਨਹੀਂ ਆਉਂਦੇ। ਜੇ ਢੇਰ ਲਾ ਵੀ ਲਿਆ ਉਸਨੇ, ਬਹੁਤ ਸਾਰੀ ਕਿਤਾਬਾਂ ਕੱਟ ਵੀ ਲਈਆਂ ਉਹਨੇ, ਕਹਿੰਦੇ ਪ੍ਰੋਫਿਟ ਕੀ ਮਿਲਿਆ ਉਸ ਨੂੰ। ਸਾਕਤ ਕੀ ਅਵਰਦਾ ਜਾਏ ਬਰਥਾਰੀ। ਸਾਕਤ ਕੌਣ ਹੈ? ਜਿਹੜਾ ਰੱਬ ਤੋਂ ਟੁੱਟਿਆ ਹੋਇਆ, ਜਿਹੜਾ ਸੱਚ ਤੋਂ ਕੋਹਾਂ ਦੂਰ ਚਲਾ ਗਿਆ, ਉਹਨੂੰ ਸਾਕਤ ਲਫ਼ਜ਼ ਲਿਖਿਆ। ਜੇ ਤੁਸੀਂ ਸਾਕਤ ਲਫ਼ਜ਼ ਪੜ੍ਹਦੇ ਹੋ ਨਾ ਮਹਾਨ ਕੋਸ਼ ਦੇ ਅੰਦਰ, ਡਿਕਸ਼ਨਰੀ ਹੈ ਮਹਾਨ ਕੋਸ਼, ਉਸ ਮਹਾਨ ਕੋਸ਼ ਵਿੱਚ ਸਾਕਤ ਸ਼ਬਦ ਜਿਵੇਂ ਨਾਸਤਕ ਸ਼ਬਦ ਲਿਖਿਆ ਗਿਆ, ਇਹਦੇ ਨਾਸਤਕ ਤੇ ਸਾਕਤ ਇੱਕੋ ਹੀ ਨੇ ਜੋ ਰੱਬ ਨੂੰ ਨਹੀਂ ਮੰਨਦਾ। ਤੇ ਨਾਸਤਕ ਕੌਣ ਹੈ? ਹੁਣ ਆਮ ਤੋਂ ਦੱਸ ਕਹਿੰਦੇ ਨਾਸਤਕ ਉਹ ਹੈ ਜਿਹੜਾ ਗੁਰਦੁਆਰੇ ਨਹੀਂ ਆਉਂਦਾ, ਜਿਹੜਾ ਬਾਣੀ ਨਹੀਂ ਪੜ੍ਹਦਾ, ਜਿਹੜਾ ਸਿਮਰਨ ਨਹੀਂ ਕਰਦਾ। ਪਰ ਭਾਈ ਕਾਹਨ ਸਿੰਘ ਨਾਭਾ ਕਹਿੰਦੇ ਨਾਸਤਕ ਉਹ ਵੀ ਹੈ ਭਾਵੇਂ ਉਹਨੂੰ ਕੀਰਤਨ ਬੜਾ ਵਧੀਆ ਆਉਂਦਾ ਹੋਵੇ, ਬੜੀ ਸੋਹਣੀ ਕਥਾ ਵੀ ਕਰਦਾ ਹੋਵੇ, ਬਾਣੀ ਵੀ ਪੜ੍ਹਦਾ ਹੋਵੇ, ਪਾਠ ਵੀ ਕਰਦਾ ਹੋਵੇ, ਰੋਜ਼ ਗੁਰਦੁਆਰੇ ਵੀ ਆਉਂਦਾ ਹੋਵੇ, ਪਰ ਜੇ ਜ਼ਿੰਦਗੀ 'ਚ ਸੱਚ ਨਹੀਂ ਹੈ ਉਹ ਕਹਿੰਦੇ ਨਾਸਤਕ ਹੈ। ਜੇ ਬਾਣੀ ਪੜ੍ਹ ਕੇ ਵੀ ਜ਼ਿੰਦਗੀ 'ਚ ਸੱਚ ਨਾਲ ਜੁੜਿਆ ਨਹੀਂ, ਜੇ ਬਾਣੀ ਪੜ੍ਹ ਕੇ ਵੀ ਧੋਖਾ ਫਰੇਬ ਕਰਦਾ ਹੈ, ਬਾਣੀ ਪੜ੍ਹ ਕੇ ਵੀ ਝੂਠ ਬੋਲਦਾ ਹੈ, ਬਾਣੀ ਪੜ੍ਹ ਕੇ ਵੀ ਪਰਾਇਆ ਰੂਪ ਵੇਖੀ ਜਾਂਦਾ ਹੈ, ਨਿੰਦਾ ਚੁਗਲੀਆਂ ਕਰਦਾ, ਕਹਿੰਦੇ ਫਿਰ ਉਹ ਸਾਕਤ ਹੈ, ਨਾਸਤਕ ਹੈ। ਹੁਣ ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਗੁਰੂ ਸਾਹਿਬ ਜਦੋਂ ਸਮਝਾਇਆ ਨਾ, ਤਾਂ ਤਰੀਕਾ ਵੇਖੋ ਕਿੰਨਾ ਸੋਹਣਾ ਨਾ ਵਰਤੇ ਹੈ। ਇਸ ਇਨਸਾਨ ਨੂੰ ਸਮਝਾਉਣ ਵਾਸਤੇ ਜਾਨਵਰ ਦੇ ਉਦਾਹਰਨ ਦਿੰਦੇ ਨੇ। ਜਿਵੇਂ ਪੜ੍ਹਦੇ ਹਾਂ ਕਿ ਜਿਹੜਾ ਬੰਦਾ ਰੱਬ ਦਾ ਨਾਮ ਨਹੀਂ ਜਪਦਾ, ਬੰਦਗੀ ਨਹੀਂ ਕਰਦਾ, ਉਹ ਕਾਂ ਵਰਗਾ ਹੈ। ਗੁਰਮੰਤਰ ਹੀਨस्य ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨੈ, ਕੂਕਰੈ ਸੂਕਰੈ ਕਾਕੈ ਗਰਦਵੈ ਤੁਲ ਖਲੈ। ਉਹ ਕਾਂ ਵਰਗਾ ਹੈ, ਉਹ ਖੋਤੇ ਵਰਗਾ ਹੈ, ਉਹ ਸੱਪ ਵਰਗਾ ਹੈ, ਉਹ ਮੂਰਖ ਹੈ। ਇਨਸਾਨ ਨੂੰ ਸਮਝਾਉਂਦੇ ਆ ਉਦਾਹਰਨ ਜਾਨਵਰ। ਹੁਣ ਅੱਜ ਦੇ ਸ਼ਬਦ ਕਹਿੰਦੇ ਮੂਸੇ ਨੇ, ਉਦਾਹਰਨ ਚੂਹੇ ਦੇ ਰਹੇ ਵੀ ਜਿਵੇਂ ਚੂਹਾ ਜਿਹੜਾ ਹੈ ਉਹ ਕਾਗਜ਼ ਕੱਟੀ ਜਾਂਦਾ, ਪਰ ਉਹ ਕਾਗਜ਼ ਦੇ ਕੰਮ ਨਹੀਂ ਆਉਂਦੇ। ਹੁਣ ਕਿਸੇ ਘਰ ਵਿੱਚ ਚੂਹਾ ਵੜ ਜਾਏ, ਸਾਡੇ ਘਰਾਂ ਚੂਹੇ ਹੁੰਦੇ ਨੇ, ਕਈ ਵਾਰ ਵੜ ਹੁੰਦੇ ਨੇ, ਕਈ ਕਿ ਦਿਨ ਸਾਡੇ ਅੰਦਰ ਵੜੇ ਹੁੰਦੇ ਨੇ, ਸਾਨੂੰ ਪਤਾ ਨਹੀਂ। ਜਿਸ ਦਿਨ ਉਸਨੇ ਸਾਡੇ ਕੱਪੜੇ ਕੱਟੇ ਨਾ, ਸਾਡੀਆਂ ਕਿਤਾਬਾਂ
ਕੱਟੀਆਂ ਸ਼ੁਰੂ ਕੀਤੀਆਂ। ਅਸੀਂ ਕਹਿੰਦੇ ਵੀ ਹੁਣ ਸਾਡੇ ਇੱਕ ਚੂਹਾ ਵੜ ਗਿਆ, ਤੈਨੂੰ ਮਾਰਨਾ ਹੈ। ਹੁਣ ਕਦੇ ਖਿਆਲ ਕਰੋ, ਕਿਤੇ ਕਿਤਾਬਾਂ ਦੀ ਅਲਮਾਰੀ ਦੇ ਵਿੱਚ ਚੂਹਾ ਵੜ ਜਾਏ, ਸਾਨੂੰ ਪਤਾ ਨਾ ਲੱਗੇ। ਰਾਤ ਤੋਂ ਲੈ ਕੇ ਸਵੇਰ ਤੱਕ ਉਸ ਅਲਮਾਰੀ ਵਿੱਚ ਚੂਹਾ ਵੜਿਆ ਹੋਇਆ, ਸਾਰੀ ਰਾਤ ਉਹ ਕਿਤਾਬਾਂ ਕੱਟੀ ਜਾਵੇ। ਬੜੀ ਮਹਿੰਗੀਆਂ ਕਿਤਾਬਾਂ ਹੋਣ, ਬੜੇ ਬੜੇ ਵਿਦਵਾਨਾਂ ਦੀ ਕਿਤਾਬਾਂ ਲਿਖੀਆਂ ਹੋਣ, ਪੋਥੀਆਂ ਹੋਣ, ਕੋਈ ਮੈਗਜ਼ੀਨਾਂ ਹੋਣ, ਬੜੀਆਂ ਸੋਹਣੀਆਂ ਡਿਕਸ਼ਨਰੀਆਂ ਪਈਆਂ ਹੋਣ, ਬੜਾ ਉਹਦੇ ਵਿੱਚ ਗਿਆਨ ਲਿਖਿਆ ਹੋਵੇ, ਪਰ ਸਾਰੀ ਰਾਤ ਚੂਹਾ ਉਹ ਕਿਤਾਬਾਂ ਕੱਟੀ ਜਾਏ। ਅਤੇ ਜਦੋਂ ਸਵੇਰੇ ਅਸੀਂ ਕਿਤੇ ਅਲਮਾਰੀ ਖੋਲ੍ਹਦੇ ਹਾਂ, ਵੇਖਦੇ ਹਾਂ ਢੇਰ ਲੱਗਿਆ ਹੋਇਆ ਕਾਗਜ਼ਾਂ ਦਾ। ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ, ਕਹਿੰਦੇ ਕੜੁੱਕੀ ਲੈ ਕੇ ਆਓ, ਜਾਂ ਚੂਹੇ ਮਾਰ ਦਵਾਈ ਲਿਆਂਦੀ, ਸੋਟਾ ਫੜ ਲਿਆ ਹੱਥ ਵਿੱਚ। ਅਤੇ ਜਦ ਤੱਕ ਉਹ ਚੂਹਾ ਸਾਡੇ ਅੱਖਾਂ ਸਾਹਮਣੇ ਕੈਦ ਨਹੀਂ ਜਾਂ ਮਰਦਾ ਨਹੀਂ, ਆਪਾਂ ਚੈਨ ਨਹੀਂ ਕਰਦੇ ਕਿ ਕਿੰਨੀਆਂ ਸੋਹਣੀਆਂ ਕਿਤਾਬਾਂ ਕੱਟੀਆਂ ਸਨ, ਇੰਨੀਆਂ ਮਹਿੰਗੀਆਂ ਕਿਤਾਬਾਂ ਸਾਨੂੰ ਨੁਕਸਾਨ ਕਰ ਬੈਠਾ। ਹੁਣ ਸਾਰੀ ਰਾਤ ਮਿਹਨਤ ਕਰਦਾ ਰਿਹਾ, ਉਹ ਸਵੇਰ ਤੱਕ ਮਿਹਨਤ ਕਰਦਾ ਰਿਹਾ, ਉਹਦੇ ਦੰਦ ਵੀ ਕੱਸ ਗਏ, ਥੱਕ ਵੀ ਗਿਆ ਵੀ ਹੋਣਾ, ਪਰ ਉਹਨੂੰ ਇਨਾਮ ਕੀ ਮਿਲਿਆ? ਮੌਤ। ਅਤੇ ਜੇ ਉਸੇ ਦੂਜੇ ਨਾਲ ਦੇ ਕਮਰੇ ਵਿੱਚ ਕੋਈ ਬੱਚਾ ਸਾਡਾ ਪੜ੍ਹ ਰਿਹਾ, ਉਹਨੇ ਸਵੇਰੇ ਇਮਤਿਹਾਨ ਦੇ ਜਾਣਾ, ਸਾਰੀ ਰਾਤ ਪੜ੍ਹਦਾ ਰਿਹਾ, ਅੱਧਾ ਘੰਟਾ, 1 ਘੰਟਾ, 2 ਘੰਟੇ ਰਾਤ ਨੂੰ ਸੁੱਤਾ ਹੋਵੇਗਾ, ਫਿਰ ਪੜ੍ਹਨਾ ਸ਼ੁਰੂ ਕਰਤਾ। ਅਤੇ ਜਦੋਂ ਉਹ ਪੜ੍ਹਦਾ ਹੈ, ਜਦੋਂ ਰਿਜ਼ਲਟ ਆਉਂਦਾ ਹੈ, ਜਦੋਂ ਡਿਗਰੀ ਹਾਸਲ ਕਰਦਾ ਹੈ, ਅੱਛੇ ਨੰਬਰ ਲੈਂਦਾ ਸੀ, ਉਹਨੂੰ ਸ਼ਾਬਾਸ਼ ਦਿੰਦੇ ਆ ਵੀ ਤੂੰ ਬੜਾ ਵਧੀਆ, ਸਾਰੀ ਰਾਤ ਜਾਗ ਕੇ ਤੂੰ ਕੰਮ ਕੀਤਾ। ਹੁਣ ਇੱਕ ਪਾਸੇ ਇੱਕ ਨੂੰ ਇਨਾਮ ਮਿਲ ਰਿਹਾ, ਦੂਜੇ ਨੂੰ ਮੌਤ ਮਿਲ ਰਹੀ। ਕਿਉਂ? ਕਿਉਂਕਿ ਇੱਕ ਨੇ ਕਿਤਾਬਾਂ ਪੜ੍ਹੀਆਂ, ਗਿਆਨ ਹਾਸਲ ਕੀਤਾ, ਦੂਜਾ ਐਵੇਂ ਕੱਟਦਾ ਰਹਿ ਗਿਆ। ਹੁਣ ਇਹ ਗੱਲ ਚੂਹੇ ਦੀ ਨਹੀਂ, ਸਾਹਿਬ ਕੋਈ ਚੂਹੇ ਨੂੰ ਸਮਝਾ ਰਹੇ ਵੀ ਤੂੰ ਕਿਤਾਬਾਂ ਨਾ ਕੱਟਿਆ ਕਰ। ਚੂਹੇ ਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਬਾਰੇ ਗੁਰਬਾਣੀ ਲਿਖਿਆ ਹੋਇਆ। ਸਾਨੂੰ ਸਮਝਾ ਰਹੇ ਨੇ, ਭਾਈ ਤੇਰੀ ਵੀ ਜ਼ਿੰਦਗੀ ਜਿਹੜੀ ਹੈ ਉਸ ਮੂਸੇ ਚੂਹੇ ਵਰਗੇ ਲੰਘ ਰਹੀ, ਵਿਅਰਥ। ਜਿਹੜੇ ਕੰਮ ਨਹੀਂ ਕਰੇ, ਪੜ੍ਹਦੇ ਨਾ, ਭਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਂ, ਮਿਲ ਸਾਧ ਸੰਗਤ ਭਜ ਕੇਵਲ ਨਾ। ਅਵਰ ਕਾਜ ਕਰੇ ਐਵੇਂ ਵਿਅਰਥ, ਬੈਠੇ ਬੈਠੇ ਲੋਕਾਂ ਨਿੰਦਾ ਕਰੀ ਜਾਣੀਆਂ, ਚੁਗਲੀਆਂ ਕਰੀ ਜਾਣੀਆਂ। ਅੱਜ ਕੀ ਹੈ, ਅਸੀਂ ਫੋਨ ਰੱਖੇ ਹੋਏ ਨੇ, ਜਿਹੜੀ ਗੱਲ ਅਸੀਂ 5 ਮਿੰਟ ਕਰਨੀ ਆ, ਉਸ ਗੱਲ ਨੂੰ ਕਰਦੇ ਅਸੀਂ ਘੰਟਾ ਲਾ ਦਿੰਦੇ ਹਾਂ। ਫਿਰ ਕਹਿੰਦੇ ਹੋਰ ਸੁਣਾਓ ਜੀ, ਹੋਰ ਕੋਈ ਨਵੀਂ ਖਬਰ ਸੁਣਾਓ, ਕਿਉਂਕਿ ਫੋਨ ਫ੍ਰੀ ਹੈ ਨਾ। ਥੋੜ੍ਹਾ ਪਿੱਛੇ ਚਲੇ ਜਾਓ ਤਾਂ ਜਦੋਂ ਕਾਲਸ ਦਾ ਰੇਟ ਪੈਂਦਾ ਸੀ, ਬਈ ਇੱਕ ਕਾਲ 2 ਰੁਪਏ ਦੀ, 3 ਰੁਪਏ ਦੀ, ਉਦੋਂ ਅਸੀਂ 2 ਮਿੰਟ ਦੀ ਗੱਲ ਖਤਮ ਕਰ ਦਿੰਦੇ ਸੀ। ਹੁਣ ਕਹਿੰਦੇ ਹੋਰ ਸੁਣਾਓ ਕੋਈ ਨਵੀਂ ਤਾਜੀ, ਆਸ-ਪਾਸ ਦੀ ਹੋਰ, ਰੋਜ਼ ਉਹੀ ਗੱਲਾਂ ਕਰੀ ਜਾਂਦੇ। ਇਹਨੂੰ ਕਿ ਅਵਰ ਕਾਜ, ਇਸ ਜੇਕਰ ਇੰਨਾ ਸਮਾਂ ਕਿ ਵੀ ਬਾਣੀ ਪੜ੍ਹ ਲੈ, ਤੂੰ ਨਿਤਨੇਮ ਕਰਿਆ ਕਰ, ਕਹਿੰਦਾ ਟਾਈਮ ਹੀ ਨਹੀਂ। ਜਿਹੜਾ ਸਵੇਰੇ ਨਿਤਨੇਮ ਕਰਦੇ ਆ, ਵੱਧ ਅੱਧਾ ਘੰਟਾ, ਪੌਣਾ ਘੰਟਾ ਲੱਗਦਾ, ਉਸ ਵੇਲੇ ਟਾਈਮ ਹੀ ਨਹੀਂ। ਸ਼ਾਮ ਨੂੰ ਰਹਿਰਾਸ ਕਰਦੇ 10-15 ਮਿੰਟ ਲੱਗਦੇ ਨੇ, ਉਹ ਟਾਈਮ ਨਹੀਂ। ਪਰ ਜੇ ਫੋਨ 'ਤੇ ਗੱਲਾਂ ਕਰਨੀ ਹੋਣ, ਕਿਤੇ ਨਿੰਦਾ ਚੁਗਲੀ ਕਰਨੀ ਹੋਵੇ, ਮਾਂ ਨੇ ਆਪਣੀ ਮਾਂ, ਸੱਸ ਨੇ, ਨੂੰਹ ਨੇ ਆਪਣੀ ਮਾਂ ਨਾਲ ਗੱਲ ਕਰਨੀ ਹੈ ਨਾ, ਆਪਣੇ ਘਰ ਦੀ ਸਾਰੀ ਗੱਲਾਂ ਸੁਣਾਏਗੀ, ਸੱਸ ਦੀ ਨਿੰਦਾ, ਦਰਾਨੀਆਂ ਜਠਾਣੀ ਨਿੰਦਾ ਸ਼ੁਰੂ ਹੋ ਜਾਏਗੀ 2-2 ਘੰਟੇ। ਅਤੇ ਜੇ ਉਸ ਨੂੰ ਕਹਿ ਦਿਓ ਭਾਈ 10 ਮਿੰਟ ਨਿੰਦਾ 'ਚੋਂ ਕੱਢ ਕੇ ਬਾਣੀ ਪੜ੍ਹ, ਟਾਈਮ ਹੀ ਨਹੀਂ, ਘਰ ਦੇ ਕੰਮ ਨਹੀਂ ਮੁੱਕਦੇ ਸਨ। ਇਹਨੂੰ ਸਮਝ ਕੇ ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਹੁਣ ਸਾਨੂੰ ਸਾਕਤ ਕਿਹਾ। ਇਹਦਾ ਮਤਲਬ ਅਸੀਂ ਵੀ ਸਾਕਤ ਹੀ ਹਾਂ। ਫਿਰ ਅਸੀਂ ਕਹੀ ਜਾਈਏ ਮੈਂ ਜੀ ਬੜਾ ਵੱਡਾ ਗੁਰਮੁਖ ਹਾਂ, ਮੈਂ ਬੜੀ ਬਾਣੀ ਪੜ੍ਹਦਾ। ਅਤੇ ਜੇਕਰ ਸਾਡੀ ਜ਼ਿੰਦਗੀ ਇੱਦਾਂ ਲੰਘ ਰਹੀ ਹੈ, ਮੋਬਾਈਲਾਂ ਦੇ ਵਿੱਚ, TV ਦੇ ਵਿੱਚ, ਜਾਂ ਹੋਰ ਵਿਅਰਥ ਦੀ ਗੱਲਾਂ ਦੇ ਵਿੱਚ, ਤਾਂ ਫਿਰ ਸਾਡੇ ਸਾਕਤ। ਅਤੇ ਸਾਡੇ ਗੱਲ ਕਿ ਸਾਕਤ ਹਰ ਰਸ ਸਾਧ ਨਾ ਜਾਣੇ। ਰੋਜ਼ ਪੜ੍ਹਦੇ ਹਾਂ ਅਸੀਂ, ਜਦੋਂ ਸੋਇਲਾ ਪੜ੍ਹੇ ਰਾਤ ਨੂੰ, ਕਾਮ ਕ੍ਰੋਧ ਨਗਰ ਭੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਸਵੇਰੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ। ਜਿਹੜਾ ਸਾਕਤ ਨੂੰ, ਰੱਬ ਦੇ ਨਾਮ ਦਾ ਸਵਾਦ ਨੂੰ, ਹੰਕਾਰ ਆ ਜਾਂਦਾ, ਮੇਰੇ ਵਰਗੀ ਕਥਾ ਨਹੀਂ ਕਰ ਸਕਦਾ ਕੋਈ। ਜਿਸ ਲੈ ਵਿੱਚ ਮੈਂ ਬਾਣੀ ਪੜ੍ਹਦਾ ਕੋਈ ਪੜ੍ਹ ਨਹੀਂ ਸਕਦਾ, ਜਿੰਨੀ ਮੈਂ ਸੇਵਾ ਕਰਦਾ ਕੋਈ ਸੇਵਾ ਨਹੀਂ ਕਰ ਸਕਦਾ, ਜਿੰਨਾ ਵਧੀਆ ਮੈਂ ਕੀਰਤਨ ਕਰਦਾ ਉਹਨਾਂ ਵਧੀਆ ਕਰ ਨਹੀਂ ਸਕਦਾ ਕੋਈ। ਉਸ ਨਾਲ ਇਹ ਹੰਕਾਰ ਖਾਈ ਜਾਂਦਾ। ਫਿਰ ਜਿਉਂ ਚਲੈ ਚੁਬੈ ਦੁੱਖ ਪਾਵੈ ਜਮਕਾਲ ਸਹਿ ਸੀ ਡੰਡਾ। ਜਿਉਂ ਤੁਰਦਾ ਉਹਨੂੰ ਚੁੱਭੀ ਜਾਂਦਾ, ਫਲਾਣਾ ਵਧੀਆ, ਉਸ ਤੋਂ ਵਧੀਆ ਮੈਂ ਕੀਰਤਨ ਕਰਦਾ।
ਉਦੋਂ ਵਧੀਆ ਗਿਆਨ ਮੈਨੂੰ ਹੈ, ਜਿੰਨਾ ਅਕਾਊਂਟ ਦਾ ਕੰਮ ਮੈਨੂੰ ਵਧੀਆ ਆਉਂਦਾ ਕੋਈ ਹੋਰ ਚਲਾ ਨਹੀਂ ਸਕਦਾ। ਇਹਨੂੰ ਇਹ ਹੰਕਾਰ ਸੇਵਾ ਦਾ ਹੀ ਹੰਕਾਰ ਹੋ ਜਾਂਦਾ। ਉਹਨੂੰ ਰੱਬ ਦੇ ਨਾਂ ਦਾ ਸਵਾਦ ਨਹੀਂ ਆਉਂਦਾ, ਇਹ ਰਸ ਨਹੀਂ ਆਉਂਦਾ। ਕਿਹੜਾ ਰਸ ਆਉਂਦਾ? ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ। ਹੁਣ ਜੇ ਸਾਡੇ ਅੰਦਰ ਚਸਕੇ ਨੇ ਨਾ, ਇਹਦਾ ਮਤਲਬ ਅਸੀਂ ਵੀ ਸਾਕਤ ਹੀ। ਰਸ ਸੋਇਨਾ, ਸੋਨੇ ਦਾ ਰਸ ਹੈ ਸਾਨੂੰ, ਇਹ ਸੋਨੇ ਦੇ ਗਹਿਣੇ ਹੋਣ। ਵੇਖੋ ਗੁਰੂ ਨੇ ਕਿਤੇ ਮਨਾ ਨਹੀਂ ਕੀਤਾ ਤੇਰੇ ਕੋਲ ਸੋਨਾ ਨਹੀਂ ਹੋਣਾ ਚਾਹੀਦਾ, ਕਿਤੇ ਗੁਰਬਾਣੀ ਲਿਖਿਆ ਤੂੰ ਸੋਨਾ ਨਾ ਰੱਖ। ਇੱਕ ਪ੍ਰਾਪਤੀ ਤੌਰ ਤੇ ਰੱਖ ਸਕਦਾ। ਜੇ ਕੋਈ 4 ਪੈਸੇ ਨੇ ਬੰਦਾ ਖਰੀਦੇ ਨੇ ਨਾ, ਜਿਵੇਂ ਇਨਵੈਸਟ ਕਰਦੇ ਨੇ ਪੈਸਾ, ਕੋਈ ਪ੍ਰਾਪਰਟੀ ਕਰਦਾ, ਕੋਈ ਮਕਾਨ ਖਰੀਦਦਾ, ਪਲਾਟ ਤੇ ਕੱਲ ਮਹਿੰਗਾ ਹੋਏਗਾ ਵੇਚਾਂਗੇ, ਇਨਵੈਸਟ ਕੀਤਾ ਜਾ ਸਕਦਾ। ਬੰਦਾ ਸੋਨਾ ਖਰੀਦ ਕੇ ਰੱਖਦਾ ਘਰ, ਭਾਈ ਜਦੋਂ ਭਾਅ ਵਧੇਗਾ ਤਾਂ ਵੇਚਦੇ ਆਂਗੇ। ਪਰ ਚਸਕਾ ਨਾ ਬਣਾ ਵੀ ਨਹੀਂ ਮੇਰੇ ਕੋਲ ਇਹ ਗਹਿਣੇ ਚਾਹੀਦੇ, ਘਰ ਵੀ ਕਲੇਸ਼ ਨਾ ਪਾ ਦੇ ਕਿ ਮੇਰੀ ਜਠਾਣੀ ਦੇ ਕੋਲ ਆ ਗਹਿਣੇ ਮੇਰੇ ਕੋਲ ਨਹੀਂ ਹੈ, ਗਵਾਂਢਣ ਗਹਿਣੇ ਲੈ ਕੇ ਆਈ ਮੇਰੇ ਕੋਲ ਨਹੀਂ, ਮੈਨੂੰ ਵੀ ਲੈ ਦਿਓ, ਘਰ ਵੀ ਕਲੇਸ਼ ਪਾ ਦੇਣੇ। ਜਿਹਦੇ ਤੇਰੀ ਔਕਾਤ ਹੈ, ਤੇਰੇ ਕੋਲ ਸਮਰੱਥਾ ਹੈ, ਤੂੰ ਲੈ ਸਕਦਾ। ਪਰ ਚਸਕਾ ਨਾ ਬਣਾ ਨਹੀਂ ਗਹਿਣੇ ਪਾ ਕੇ ਮੈਂ ਸੋਹਣਾ ਲੱਗਣਾ। ਜਦੋਂ ਬੰਦਾ ਗੁਰਬਾਣੀ ਪੜ੍ਹਦਾ ਹੋਵੇ ਤੇ ਪੜ੍ਹਦਾ ਹੋਵੇ ਬਾਣੀ ਵਿੱਚੋਂ ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜੇ ਤਨ ਪਾਈਆਂ ਨਾਨਕਾ ਸੇ ਤਨ ਹੋਵੇ ਚਾਰ, ਉਦੋਂ ਇਹ ਰਸ ਖਤਮ ਹੋ ਜਾਂਦਾ। ਉਦੋਂ ਕਹਿੰਦਾ ਜਿੰਨਾ ਮਰਜ਼ੀ ਸਰੀਰ ਤੇ ਗਹਿਣੇ ਪਾ ਲਈਏ, ਲੋਕਾਂ ਨੂੰ ਵਿਖਾ ਤਾਂ ਸਕਦੇ ਹਾਂ, ਪਰ ਇੱਕ ਦਿਨ ਇਹ ਸਰੀਰ ਸੁਆਹ ਹੋ ਜਾਏਗਾ। ਰਸ ਰੂਪਾ ਕਾਮਣ, ਹੁਣ ਔਰਤ ਦਾ ਵੀ ਚਸਕਾ ਰਸ ਹੈ। ਵੇਖੋ ਵਿਆਹ ਕਰਨਾ, ਸ਼ਾਦੀ ਕਰਨੀ ਰਸ ਨਹੀਂ, ਇੱਕ ਲੋੜ ਹੈ ਕਿ ਬੰਦਾ ਕਹਿੰਦਾ ਘਰ ਵਾਲੀ ਆਏਗੀ, ਜਦੋਂ ਘਰ ਆਵਾਂਗੇ ਪ੍ਰਸ਼ਾਦੇ ਖਾਣ ਨੂੰ ਮਿਲ ਜਾਣੇ, ਮੇਰੇ ਕੱਪੜੇ ਧੋਣ ਵਾਲੀ ਆ ਜਾਏਗੀ, ਘਰ ਮੇਰੇ ਮਾਂ ਬਾਪ ਦੀ ਸੇਵਾ ਵਾਸਤੇ ਆ ਜਾਏਗੀ। ਪਰ ਰਸ ਉਦੋਂ ਬਣਦਾ ਜਦੋਂ ਬੰਦਾ ਆਪਣੀ ਪਤਨੀ ਦੇ ਹੁੰਦਿਆਂ ਬਾਹਰ ਨਿਗਾਹ ਮਾਰਦਾ ਹੈ ਨਾ, ਆਪਣੇ ਪਤੀ ਹੁੰਦਿਆਂ ਬਾਹਰ ਕਿਤੇ ਰਿਸ਼ਤੇ ਬਣਾ ਲੈਂਦਾ, ਇਹਨੂੰ ਰਸ ਕੇ ਹੈ। ਆਪਾਂ ਕਿਵੇਂ ਇਹ ਤਾਂ ਬੰਦਾ ਜਤੀ ਸਤੀ ਹੈ। ਤੇ ਗੁਰਬਾਣੀ 'ਚ ਰਾਤ ਨੂੰ ਪਤਾ ਕੀ ਲਿਖਦਾ? ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਣ। ਜਤੀ ਕੌਣ ਹੈ? ਇੱਕ ਪਤਨੀ ਵਾਲਾ। ਆਪਾਂ ਕਹਿੰਦੇ ਇਹ ਵਿਆਹ ਨਹੀਂ ਕੀਤਾ ਇਸਨੇ, ਇਹ ਜਤੀ ਹੈ। ਜਤੀ ਹੁੰਦਾ ਉੱਚੇ ਕਰੈਕਟਰ ਵਾਲਾ, ਉੱਚੇ ਆਚਰਣ ਵਾਲਾ। ਸਤੀ ਕੀ ਹੁੰਦਾ? ਜਿਹਦੀ ਜ਼ਿੰਦਗੀ ਸੱਤ ਹੈ, ਸੱਚਾਈ ਹੈ। ਤੇ ਜੇ ਸਾਰੀ ਜ਼ਿੰਦਗੀ ਲੋਕਾਂ ਠੱਗੀ ਫਰੇਬ ਧੋਖਾ ਕਰਦਾ ਰਹੇ ਤੇ ਵਿਆਹ ਨਾ ਕਦੇ 50 ਜਗ੍ਹਾ ਜਾ ਕੇ ਮੂੰਹ ਮਾਰਦਾ ਹੋਵੇ, ਉਹ ਕਹਦਾ ਜਤੀ ਸਤੀ ਹੈ। ਗੁਰਮਤਿ ਜੇ ਇਸ ਚਤ ਨੂੰ ਨਹੀਂ ਮੰਨਿਆ। ਗੁਰੂ ਕਿਹਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਪਰਾਈ ਔਰਤ ਨੂੰ ਧੀ ਭੈਣ ਲੱਗਦੀ ਹੋਵੇ। ਰਸ ਉਦੋਂ ਬਣਦਾ ਹੈ ਭਾਈ ਜਦੋਂ ਉਦੋਂ ਆਪਣੇ ਘਰ ਦੀ ਦਹਲੀਜ਼ ਤੋਂ ਬਾਹਰ ਨਿਕਲਦਾ ਹੈ, ਆਪਣੇ ਘਰ ਦੀ ਮਰਿਆਦਾ ਤੋੜ ਕੇ, ਆਪਣੇ ਘਰ ਦੇ ਰਿਸ਼ਤੇ ਤੋੜ ਕੇ ਬਾਹਰ ਮੂੰਹ ਮਾਰਦਾ। ਉਹਨੂੰ ਕਿਹਾ ਇਹ ਰਸ ਬਣਾ ਲਿਆ, ਤੂੰ ਸਾਕਤ ਹੈ। ਹੁਣ ਇਹੋ ਜਿਹਾ ਬੰਦਾ ਬਾਣੀ ਭਾਵੇਂ ਪੜ੍ਹਦਾ ਹੋਵੇ, ਕੀਰਤਨ ਕਰਦਾ ਹੋਵੇ, ਕਥਾ ਵੀ ਕਰਦਾ ਹੋਵੇ, ਉਹ ਸਾਕਤ ਹੈ। ਲੋਕਾਂ ਦੀ ਨਿਗਾਹ ਵੀ ਤਾਂ ਹੋ ਸਕਦੇ ਅਸੀਂ ਬੜੇ ਵੱਡੇ ਧਰਮੀ, ਪਰ ਗੁਰੂ ਕਹਿੰਦਾ ਤੂੰ ਸਾਕਤ ਨਾਸਤਕ ਹੈ, ਤੂੰ ਵਾਸਤਕ ਨਹੀਂ ਬਣਿਆ। ਹਾਲਾਂ ਸਿੱਖ ਤਾਂ ਦੂਰ ਦੀ ਗੱਲ, ਤੂੰ ਤਾਂ ਨਾਸਤਕ ਹੈ। ਤੁਸੀਂ ਵੇਖੋ ਕੋਈ ਸਮਾਂ ਸੀ, ਤਕਰੀਬਨ 100 ਸਾਲ ਪਿੱਛੇ ਚਲੇ ਜਾਈਏ ਨਾ, ਤੇ ਜਦੋਂ ਰਿਸ਼ਤੇ ਹੁੰਦੇ ਸਨ, ਵਿਆਹ ਹੁੰਦੇ ਸਨ, ਤੇ ਇੱਕ ਲਾਗੀ ਹੁੰਦਾ ਸੀ ਪਿੰਡ ਦਾ ਜਾ ਕੇ, ਉਹ ਜਾ ਕੇ ਰਿਸ਼ਤਾ ਜੋੜ ਆਉਂਦਾ ਸੀ। ਲੜਕੀ ਵਾਲੇ ਨੇ ਕਹਿਣਾ ਸਾਨੂੰ ਇੱਕ ਲੜਕਾ ਸੋਹਣਾ ਵਧੀਆ ਚਾਹੀਦਾ ਆਪਣੀ ਬੱਚੀ ਵਾਸਤੇ। ਉਹਨੇ ਕਹਿੰਦੇ ਫਲਾਣੇ ਪਿੰਡ ਵਿੱਚ ਇੱਕ ਨੌਜਵਾਨ ਹੈ, ਉਹ ਵੀ ਕਹਿੰਦੇ ਸੀ। ਜਾ ਕੇ ਉਹਨਾਂ ਨੂੰ ਕਹਿਣਾ ਵੀ ਇੱਦਾਂ ਤੁਸੀਂ ਲੜਕੇ ਵਾਸਤੇ ਕਿਹਾ ਸੀ, ਮੈਂ ਰਿਸ਼ਤਾ ਜੋੜ ਆਇਆ, ਧੰਨਵਾਦ। ਵਿਆਹ ਹੋ ਜਾਂਦੇ ਸਨ, ਬੜੇ ਸੋਹਣੇ ਨਿਭਦੇ ਸਨ ਹੋ ਗਏ। ਫਿਰ ਸਮਾਂ ਆਇਆ ਵੀ ਮਾਂ ਬਾਪ ਨੇ ਲੜਕੀ ਵੇਖਣੀ ਸ਼ੁਰੂ ਕਰ ਦਿੱਤੀ। ਮਾਂ ਬਾਪ ਨੇ ਲੜਕਾ ਵੇਖਣਾ। ਪਹਿਲਾਂ ਜਦੋਂ ਵਿਆਹ ਤੋਂ ਪਹਿਲਾਂ ਨਾ ਮਾਂ ਬਾਪ ਨੂੰ ਪਤਾ ਸੀ ਲੜਕੀ ਕਿਹੜੀ ਹੈ, ਤੇ ਨਾ ਲੜਕੀ ਨੂੰ ਪਤਾ ਸੀ ਲੜਕਾ ਕਿਹੜਾ ਹੈ। ਇੱਕ ਲਾਗੀ ਤੇ ਭਰੋਸਾ ਹੁੰਦਾ ਸੀ, ਇਹ ਸਾਡੇ ਬੱਚੇ ਦਾ ਰਿਸ਼ਤਾ, ਸਾਡੇ ਬੱਚੇ ਦਾ ਰਿਸ਼ਤਾ ਗਲਤ ਕਰ ਨਹੀਂ ਕਰਾਵੇਗਾ, ਭਰੋਸਾ ਸੀ। ਤੇ ਵਿਆਹ ਵੀ ਨਿਭਦੇ ਸਨ। ਫਿਰ ਸਮਾਂ ਚੱਲਿਆ ਤੇ ਬੰਦਾ ਲੜਕੇ ਵਾਲੇ ਆਪਣੀ ਲੜਕੀ ਵਾਸਤੇ ਰਿਸ਼ਤਾ ਲੱਭਣ ਲੱਗੇ, ਲੜਕੀ ਵਾਲੇ ਲੜਕਿਆਂ ਦਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਬੱਚੇ ਨੂੰ ਪਤਾ ਨਹੀਂ ਸੀ ਕਿ ਲੜਕੀ ਕਿਹੜੀ ਹੈ, ਨਾ ਬੱਚੀ ਨੂੰ ਪਤਾ ਲੜਕਾ ਕਿਹੜਾ ਹੈ। ਮਾਂ ਬਾਪ ਨੇ ਕਹਿਣਾ ਬੇਟਾ ਤੇਰਾ ਰਿਸ਼ਤਾ ਤੈਅ ਕਰਤਾ, ਫਲਾਣੀ ਤਰੀਕ ਨੂੰ ਵਿਆਹ ਹੈ।
ठीक है जी, सत्कार से माँ बाप का भी। उस तो बाद समा आया भी लड़का लड़के सामने बिठाया कि भाई वेख लो दूजे, एक दूजे ने वेख लो, विआह हो जाते सन। हुण एक नवी चीज़ आ गई, माँ को भी पता नहीं, पिता को भी पता नहीं, लड़की लड़के किस को पता नहीं, लड़की लड़का पसंद कराउंदे नहीं, लव मैरिज है। माँ को कहना माँ, पिता को कहना पिता जी आ लड़की है, लड़की ने कहने आ लड़का है, मैं तैनूं ब्याह करना, लव मैरिज है। पर हुण निभदी क्यों नहीं? फिर जो वेख्या भी नहीं सी हुंदा तो निभदी सी। अज की है, अज एक रस बन गया, जो रस स्वाद खत्म हो जाए ना, फिर बंदा दूजे पासे मुँह मारदा है। फिर लड़के भी कई बार कहते तेरे तो वधिया रिश्ता मेरे माँ बाप दिखाते सन, बड़ा वधिया गुरसिख सी, बड़ी सोहनी प्रॉपर्टी सी उहदे कोल, फैक्ट्रियां सन, गड्डियां चल रही उहदियां। ते लड़का भी कहते तेरे तो वधिया लड़के मैनूं विखाउंदे सी, मैं तां अन्ना हो गया सी। ये की आ गया? रस। ते हुण जिहड़ा शरीर दा मोह सी, रूप दा मोह सी, वो थोड़े दिनों खत्म हो गया। विचार ने वेले टकरा के तलाक हो जाते हैं। साहिब ने ये रस बना लिया तो साकत है। रस होए ना, रस रूपा कामन, रस परमल की वास। शरीर ते परफ्यूम लगाने वधिया वधिया, मैनू अपने शरीर च स्मैल वधिया सुगंध आवे, जो जावां लोग मेरे को बैठन तेनों वधिया वधिया हो। रस घोड़े, रस सेजा मंदर। मैं बेनती की साहिब कहने लगे साकत नूं रब दे नाम का स्वाद नहीं आउंदा, होर स्वाद बड़े आउंदे ने। साकत हर रस साधना जानिया, हरि दे रब दे नाम का रस नहीं आउंदा, आ रस आउंदे ने। किहड़ा रस? घोड़े। पहला लोग घोड़े खरीदते सी, वधिया घोड़े, काबल कंधार दे बड़े महंगे घोड़े। हुण की आ गया? घोड़े थल्ले बाइकां आ गई, 2 लाख की, 4 लाख की, 5 लाख की बाइक, फिर विखाना लोगों नूं। हाथी, हाथी तो गड्डियां आ गई। जे समर्था है गड्डी लैन, गुरु मना नहीं करते बाइक ना रख, गड्डी ना रख, एक साधन है। जे तेरे को समर्था है तो लै लै, पर विखावे करके लड़ाइयाँ पा दे। नहीं, मेरे दोस्त ने 10 लाख की गड्डी ले, बापू ने कहना मैनू भी लैके दे, भावें जमीन बेचनी पवे, प्लाट बेचने, माँ को कह गहने बेच के दे मैनू। ये चस्का बन गया। रस घोड़े, रस सेजा मंदिर, मंदिर का मकान, ये मेरे को वधिया घर हो। ठीक है, गुरु साहब भी कहते सिखा तेरे को ना सोना घर होना चाहिए, मोती तो मंदिर यूसरा है, रत्नी तो होए जड़ाओ, कस्तूर कुंगू अगर चंदन लीप पावे चाओ, पर मत देख भूला विसर। सोना घर तेरे को होवे, पर यह ना हो जो जो गवांढी का घर है वो जो मैं बनाना, भावें धोखा फरेब करना पवे, उपरलियां कमाइयां करनियां पैण। अज यही कुछ हो गया ना। अज उपरली कमाई की है? उपरली कमाई की है? विख्या कै धन सदा दुख होए। 2 नंबर की कमाई में सोना घर बना लवोगे, पर उस घर भी कदे सुख शांति नहीं आवे। 2 नंबर की बेमानी के धन नाल सोहणियां गड्डियां लै लवोगे, तुसी सोहणे वस्त्र पा लवोगे, पर सुख की निंदर नहीं कदे आवेगी। अज जो रिश्ता हुंदा है तो पूछा जाता है बेटे कितनी कमाई है जी, उन्हें कहना 30,000 रुपये। उपरली कमाई कितनी है? लड़की वाले पूछते हैं उपरली कमाई कितनी है? हाँ जी 30-40 हज़ार उपरों हो जाता। उपरली कमाई कड़ी है? रिश्वत, कमीशन लैनी है, धोखा फरेब करके भाई आ अंदर कर देंगे, नहीं रिश्वत लगेगी। ये नहीं सोचते भी आ जी उपरली कमाई पुछ रहे हैं, बच्चों से जहर पुछ रहे हैं, फिर दोतियां वास्ते जहर कितना कमा के लिया। क्योंकि 2 नंबर की कमाई जी औलाद खाएगी तो धर्म ही नहीं बनेगी। ताई तो क्या ना भगत फरीद जी ने कि रुखी सुखी खाए कै ठंडा पानी पियो, फरीदा देख पर आए चौपड़ी ना तरसाए जियो। रुखी सुख की है? अपनी मेहनत की कमाई जो तू किरत कर रहे हैं, पर दूजे का धोखा फरेब कमा के तुझे 2-4-5 हज़ार रुपये कमा भी लिया, कहते जहर कमा लिया। सोहने घर बनाए, कहते वधिया घर बना तू अपनी समर्था नाल, पर साड़ा ना करवे नहीं उहदे घर। वो जिवें कहते दूजे का मुँह लाल वेख के अपने मुँह की चपेड़ा नहीं मारनी, मेरा भी लाल हो जाए। फिर दूजे ने कमाइयां घर वेख के भी मैं ओहो जिहा घर मैं ही बनाउणा, धोखा फरेब ना कर। रस घोड़े, रस सेजा मंदिर, रस मीठा, रस मास। हुण मिठा खाना मना नहीं किया गुरु ने,
पर जो बंदे रस आउंदा है ना, बीमारी लगी हुई शुगर है, डॉक्टर कहता भाई ना मिठा खाएं, कहता नहीं खाना, भावें भी टैबलेट या इंजैक्शन लवाना पवे, शुगर बढ़ जाए, भावें अटैक आ जाए, पर कहता खाना है। हुण मास गुरबाणी भी कितने मास की बनाई नहीं जी, पर रस बना लेना भाई मास बिना खाना ही कुछ किसी करके की बनाया जी, आ की बनाता तुसी, मास नहीं बनाया, मीट बनाना से तुसी, ये चस्के बना ले, कहते इतने रस शरीर के कै घट राम निवास। कदे वेखना जिहड़ा बंदा रसां विच पिया होए ना, भावें बाणी पढ़दा, पहला बेनती की भाई कान सिंह नाबन जी गल लिखी सी भी नास्तिक बंदा किहड़ा है, वो रोज़ गुरुद्वारे भी आउंदा होवेगा, वधिया पाठ भी करता होगा, कीर्तन भी करता होगा, कथा भी करता होगा, बड़ी बाणी पढ़ता है, पर जेकर वो रसां कसें पिया होया, जे सच में टुटिया होया, वो नास्तिक है। धन गुरु नानक साहब महाराज जिस वक्त भाई लालो के घर गए ने, उसने कहा कि वधिया पकवान बना, उत्ते रुखी सुक्की रोटी जी है ना, कोदरे की रोटी खा रहे हैं, सुक्की रोटी, पर उसे नगर विच मलक भागो रह रहे हैं, बड़ा धनाड़, बड़ी वड्डी कोठी है उसकी, बड़ा बड़ा महल वर्गा बंगला बनाया उसने, उन्हें अपने पितरां के नाम से श्राद्ध कर रहे हैं। तो गुरु साहब ने एक बार नहीं 5-6 बार सदे भेजे ने, तुसीं मेरे घर आओ। तो गुरु साहब जो गए तो वेखते हैं तो पंगतां लगियां वखरियां वखरियां, पुछदे ये की है, कहने जी ये पंगत पहली ब्राह्मणों की है, इन्होंने वास्ते सोहने मखमल के सोहने वधिया टाट विछाए हुए हैं, ये गलीचे होंगे हैं, ये उच्ची जाति के ब्राह्मणों की लाइन है, दूजी लाइन एक खतरियां की है, इन्होंने वास्ते सोहने टाट विछाए हैं, तीजी लाइन वैश्यां की है, इन्होंने वास्ते सोहने बड़े सोहने टाट विछाए हैं, पर जी चौथी लाइन है शूद्रां की, इन्होंने वास्ते थले तप्पड़ नहीं, भुंजे बैठे हुए, इन्होंने वास्ते तप्पड़ नहीं है। तो गुरु साहब जाके उन्हें शूद्रां भी जाके बैठ, जिन्हें शूद्र दलित लोग कहते थे ना, नीवीं जात वाला, गुरु साहब को जाके बैठ गए, कहने महाराज तुसीं इधर बैठो। साहब ने एक काम हो सकता, या तो ये जो तू नीवीं जात थले बिठाए ने उन्हें भी बिठा दे, या उन्होंने इत्थे लिया के बिठा दे, मैं दे हक की लड़ाई करन आया। यह आस्तिक बंदा, असी तो अज हालात ये ने कि गुरुद्वारे में जाने VIP लुटते हैं, हरमंदर से चले गए VIP एंट्री चाहिए सन, जिहड़े बाकी लाइन से सवेर के खड़े ने कौन ने बेचारे, वो दर्शन नहीं करना आए। एक पासे पढ़ते हैं गुरुद्वारे अंदर राणा रंक बराबर, इत्थे बराबर ने सारे, पर दूजे पासे जे किसी लीडर ने आना वो वक्रियां चादर विछा देने भी आ जगाने वास्ते रिजर्व है, सिर्फ वही बैठणगे। साहिब के लिए ये नास्तिकों वाले काम ने, आस्तिकों वाले नहीं। तो तेरी सारी जिंदगी इदां ही लंघ रही है, जिन्होंने साहिब ने साकत की अवरदा जाए बिरथारी, इन्हां कामां विच ही चस्कियां दे विच खाण दे चस्के, पहन दे चस्के में लगी हुई, उन्होंने पता ही नहीं कि जिंदगी का मकसद की है, विच दुनिया काहे आया, मैं संसार विच क्यों आया। तो साहिब के लिए साकत की अवरदा जाए बिरथारी, साकत मनुख की उम्र जड़ी है वो व्यर्थ जाती है, जैसे कागद के भार मूसा टूक गवावत, जिवें कागज़ां दे ढेरां दे ढेर पए होण ते एक मूसा जिहड़ा चूहा वो कट्टी जावे, काम नहीं गवारी, पर उस गवार दे कुछ काम नहीं आउंदा, एवें ढेर लाई जा रहे हैं, इकट्ठा करी जा रहे हैं, मनुख तो ही करी जा रहे हैं ना, जो दे काम नहीं आना इकट्ठा करी जा रहे हैं। सब लिखिया बाणी जोनी जिन्नी चलन जानिया से क्यों करें बिथार, जिन्होंने समझ आ गई भी अपन संसार हमेशा रहना नहीं, वो बहुता खिलारा नहीं खिलार दे, पर साकत नूं सोचदा मैं तो जाना ही नहीं संसार। एक तो बड़ा प्यारा पढ़ रहा सी कि कितने ना पहाड़ी इलाके ते एक ट्रक जा रहा, वो बड़ा अनाज की बोरियां लदियां हुई, हूँ चढ़ाई चढ़द्या चढ़द्या की होया, एक बोरी उतों डिग पई थले, उन्होंने पता नहीं लगा, बोरी डिग पई फट गई और आज बाहर आ गया। वो लिखारी लिखता मैं वेख्या भाई कुछ चूहे जिहड़े सी आए, उन्हें दाने चुगने शुरू किए,
जो पेट भर के चले गए, बाकी नाश्ते पिया होया। कोई चिड़ियाँ आईयां, कोई कां आ गए, उन्होंने रज के खाधा चले गए। कहता मैं हैरान सी कि इंसान आया, उन्हें वेख्या बोरी पई, उन्हें सारे दाने कट्ठे किते, बोरी भर के घर लै गए। कहता मैं कि वेखो जानवर जिहड़े आए उन्होंने अपना पेट भरिया तो बाकी उत्थे खलारा पिया, लैके नहीं गए नाल पिया। जो बचे हुए घर वास्ते लै जाइए। ਆਪਾਂ ਵੀ करने ना गुरुद्वारे साहब गुरपुरब होंदा तो लंगर छके फिर घर वास्ते तैयारी भी शाम ਨੂੰ छकना, ਉਹ ਲਿਫਾਫੇ ਨਾਲ ਲੈ ਕੇ ਆਉਂਦੇ ਨੇ। ਕਿ ਉਹ ਕਹਿੰਦਾ ਮੈਂ ਹੈਰਾਨ ਸੀ ਜਿਸ ਇਨਸਾਨ ਨੂੰ ਰੱਬ ਨੇ ਹੱਥ ਦਿੱਤੇ ਹੋਏ ਨੇ, ਪੈਰ ਦਿੱਤੇ ਨੇ, ਮਿਹਨਤ ਕਰ ਸਕਦਾ, ਉਹ ਭਰ ਕੇ ਅੱਗੇ 5-7 ਦਿਨ ਦਾ ਸੋਚਦਾ ਵੀ ਹੁਣ ਚਲੋ 5-7 ਦਿਨ 10 ਦਿਨ ਦਾ ਅਨਾਜ ਬੜਾ ਹੈ, ਮੇਰਾ ਘਰ ਦਾ ਗੁਜ਼ਾਰਾ ਚੱਲ ਜਾਏਗਾ। ਪਰ ਜਿਹੜੀਆਂ ਚਿੜੀਆਂ ਜਿਨ੍ਹਾਂ ਕੋਲ ਹੱਥ ਵੀ ਨਹੀਂ, ਜਿਨ੍ਹਾਂ ਕੋਲ ਕੋਈ ਕੰਮ ਕਰਨ ਵਾਸਤੇ ਹੋਰ ਸਾਧਨ ਵੀ ਨਹੀਂ ਹੈ, ਮੂੰਹ ਨਾਲ ਹੀ ਚੁਗਦੀਆਂ ਨੇ, ਮੂੰਹ ਨਾਲ ਹੀ ਤੁਸੀਂ ਵੇਖੋ ਇੱਕ ਤਿਨਕਾ ਇਕੱਠਾ ਕਰ ਘਰ ਬਣਾਉਂਦੀਆਂ ਆਪਣਾ। ਉਹਨਾਂ ਨੂੰ ਕੱਲ੍ਹ ਦੀ ਪਰੇਸ਼ਾਨੀ ਨਹੀਂ, ਪਰ ਇਨਸਾਨ ਨੂੰ ਅਗਲੇ ਕਈ ਦਿਨ ਪਰੇਸ਼ਾਨੀ ਪਈ। ਚਲੋ ਹੁਣ ਵਧੀਆ ਹੋ ਗਈ ਹੈ, ਵੀ ਜੇ ਰੱਬ ਨੇ ਆਪ ਦਿੱਤਾ, ਅੱਜ ਦਿੱਤਾ, ਕੱਲ੍ਹ ਵੀ ਦੇਗਾ ਨਾ। ਪੜ੍ਹਦੇ ਹੋ ਬਾਣੇ ਵਿੱਚ ਕਿ ਪਰਿੰਦੇ ਨਾ ਜ਼ਰਾ ਗਿਰੈ ਜ਼ਰ, ਦਰਖਤ ਆਬ ਆਸ ਕਰ, ਕਿ ਪਕਸ਼ੀਆਂ ਦੇ ਨਾ ਕੱਲ੍ਹ ਕੋਲ ਨਾ ਪੈਸਾ ਹੁੰਦਾ ਹੈ, ਨਾ ਘਰ ਹੁੰਦਾ ਹੈ, ਪਰ ਇੱਕ ਆਸ ਲਾ ਕੇ ਦਰਖਤ ਆਬ ਆਸ, ਆਪ ਕਹਿੰਦੇ ਪਾਣੀ ਨੂੰ, ਦਰਖਤ ਦੀ ਆਸ ਲਾ ਕੇ, ਪਾਣੀ ਦੀ ਆਸ ਲਾ ਕੇ ਆ ਜਾਂਦੇ ਨੇ। ਦਿਹੰਦ ਏਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ। ਰੱਬ ਦਿੰਦੇ ਹੋਣਾ, ਪਰ ਸਾਖਤ ਮਨੁੱਖ ਜਿਹੜਾ ਇਹਨਾਂ ਨੂੰ ਪਰੇਸ਼ਾਨੀਆਂ ਨੇ। ਅੱਜ ਇਕੱਠਾ ਕਰ ਲਓ, ਅੱਜ ਨਾ ਆਪਣੀ ਕਮਾਈ ਕਰਨੀ ਕਰ ਲਓ, ਕੱਲ੍ਹ ਪਤਾ ਨਹੀਂ ਮਿਲੇਗੀ ਨਹੀਂ ਮਿਲੇਗੀ। ਤੇ ਸਾਹਿਬ ਜੀ ਕਹਿਣਗੇ ਹੁਣ ਸਾਖਤ ਨਿਸ਼ਾਨੀਆਂ ਨੇ, ਪਰ ਹਰ ਨਾ ਪਰਾਇਆ ਹੱਕ ਮਾਰਦਾ। ਨਾਲ ਦੇ ਇੰਪਲਾਈ ਦਾ ਹੱਕ ਮਾਰੇਗਾ, ਨਾਲ ਦੇ ਸਾਥੀ ਦਾ ਹੱਕ ਮਾਰੇਗਾ। ਪਰ ਹਰ ਨਾ ਲੋਭ, ਅੰਦਰ ਲਾਲਚ ਹੈ, ਝੂਠ ਝੂਠ ਬੋਲਦਾ। ਆ ਫੋਨ ਸ ਰੱਖੇ ਹੋਏ ਨੇ, ਤੇ ਜੇ ਕਿਸੇ ਬਾਣੀ ਪੜ੍ਹਦੇ ਦੇ ਨਾਲ ਬੰਦੇ 4 ਬੜੇ ਝੂਠ ਬੋਲੀ ਜਾਂਦੇ, ਨਹੀਂ ਜਿਵੇਂ ਫਲਾਣੀ ਥਾਂ 'ਤੇ ਆ, ਮੇਰਾ ਸਿਹਤ ਠੀਕ ਨਹੀਂ ਹੈ, ਜਿਵੇਂ ਠੀਕ ਨੇ, ਤੇ ਨਾਲ ਦੇ ਬੰਦੇ ਕਹਿੰਦੇ ਤਾਂ ਬਾਣੀ ਪੜ੍ਹਦੇ ਚੰਗਾ ਭਲਾ। ਅਸੀਂ ਕੀ ਪ੍ਰਭਾਵ ਪਾ ਰਹੇ ਦੂਜੇ 'ਤੇ? ਸਾਡੀ ਰੋਜ਼ਾਨਾ ਜੋ ਮਨ ਬਚ ਕਰਮ ਨੇ ਨਾ, ਉਹ ਦੱਸਦੇ ਨੇ ਕਿ ਅਸੀਂ ਧਰਮੀ ਹਾਂ ਕਿ ਧਰਮੀ ਹਾਂ, ਅਸੀਂ ਸਾਖਤ ਹਾਂ ਕਿ ਗੁਰਮੁਖ ਹਾਂ। ਸਾਹਿਬ ਜੀ ਕਹਿਣਗੇ ਝੂਠ ਬੋਲਦਾ, ਨਿੰਦਾ ਵੀ ਕਰਦਾ, ਇਹ ਵੀ ਕਰਤ ਗੁਦਾਰੀ, ਬਸ ਇੱਦਾਂ ਹੀ ਉਹਦੀ ਜ਼ਿੰਦਗੀ ਲੰਘਦੀ। ਮ੍ਰਿਗ ਤ੍ਰਿਸ਼ਨਾ ਆਸ ਮਿੱਥਿਆ ਮਿੱਠੀ। ਮ੍ਰਿਗ ਤ੍ਰਿਸ਼ਨਾ, ਜਦੋਂ ਅੱਧੀ ਗਰਮੀ ਹਾੜ ਮਹੀਨਾ ਹੁੰਦਾ, ਮੀਂਹ ਨਾ ਪੈ ਰਿਹਾ ਹੋਵੇ, ਤੇ ਜਦੋਂ ਜਾਨਵਰ ਨੇ ਜਿਹੜੇ ਕੁਦਰਤੀ ਸੋਮਿਆਂ 'ਤੇ ਡਿਪੈਂਡ ਨੇ, ਤੇ ਦਰਿਆਵਾਂ 'ਤੇ ਜਾਂ ਚਸ਼ਮੇ ਦੇ ਪਾਣੀ 'ਤੇ, ਜਾਂ ਕਿਤੇ ਜੰਗਲ ਦੇ ਵਿੱਚ ਕੋਈ ਪਾਣੀ ਇਕੱਠਾ ਛੱਪੜ ਜਿਹਾ ਬਣਿਆ ਹੁੰਦਾ, ਉੱਥੋਂ ਪਾਣੀ ਪੀਂਦੇ ਨੇ। ਜਦੋਂ ਮੀਂਹ ਨਾ ਪਵੇ, ਬਾਰਿਸ਼ ਨਾ ਹੋਵੇ, ਤੇ ਪਾਣੀ ਨਾ ਹੋਵੇ, ਤੇ ਉਹ ਫਿਰ ਤੜਫਦੇ ਨੇ। ਪੂਰਾ ਜੰਗਲ ਰੇਗਿਸਤਾਨ ਬਣਿਆ ਹੁੰਦਾ। ਫਿਰ ਹਿਰਨ ਦੌੜਦਾ ਹੈ, ਪਿਆਸ ਲੱਗਦੀ ਹੈ ਉਸਨੂੰ, ਉਹਨੂੰ ਦੂਰ ਲੱਗਦਾ ਵੀ ਸ਼ਾਇਦ ਕੋਈ ਪਾਣੀ ਚੱਲ ਰਿਹਾ, ਪਰ ਉਹ ਕੀ ਹੁੰਦਾ ਹੈ ਕਿ ਸੂਰਜ ਦੀਆਂ ਤੇਜ਼ ਕਿਰਨਾਂ ਜ਼ਮੀਨ 'ਤੇ ਪੈਣ ਕਰਕੇ ਤਪਸ਼ ਪੈਦਾ ਹੁੰਦੀ ਹੈ, ਅਤੇ ਲੱਗਦਾ ਵੀ ਇੱਥੇ ਦਰਿਆ 'ਚ ਲਹਿਰਾਂ ਨੇ। ਉਹ ਜੂ ਦੌੜਦਾ ਉਸ ਪਾਸੇ, ਉਹ ਲਹਿਰਾਂ ਹੋਰ ਅੱਗੇ ਹੋ ਜਾਂਦੀ, ਦਰਿਆ ਹੋਰ ਚਲਾ ਜਾਂਦਾ ਅੱਗੇ, ਅਤੇ ਆਖਿਰ ਉਹਦੀ ਮੌਤ ਹੋ ਜਾਂਦੀ ਹੈ। ਕਹਿੰਦੇ ਬਸ ਮਨੁੱਖ ਦੀ ਹਾਸ ਵੀ ਇਹੀ ਹੈ। ਮਨੁੱਖ ਸੋਚਦੇ ਆਹ ਚੀਜ਼ ਮੈਨੂੰ ਮਿਲ ਜਾਏ ਅਤੇ ਮੈਂ ਸੁਖੀ ਹੋ ਜਾਵਾਂਗਾ। ਜੇ ਆਹ ਚੀਜ਼ ਪ੍ਰਾਪਤੀ ਹੋ ਗਈ ਨਾ, ਫਿਰ ਆਨੰਦ। ਮੇਰੇ ਘਰ ਔਲਾਦ ਨੇ, ਔਲਾਦ ਹੋ ਗਈ, ਅਤੇ ਫਿਰ ਰੱਬਾ ਕੋਈ ਨਹੀਂ ਮੰਗਾਂਗਾ। ਪਰ ਕਦੇ ਐਸਾ ਹੁੰਦਾ ਬੰਦਾ ਮੰਗੀ ਜਾਂਦਾ। ਮ੍ਰਿਗ ਤ੍ਰਿਸ਼ਨਾ ਆਸ ਮਿੱਥਿਆ, ਇਹ ਝੂਠੀਆਂ ਆਸਾਂ ਹੁੰਦੀਆਂ ਨੇ ਕਿ ਪੁੱਤਰ ਆਏਗਾ ਤਾਂ ਸੇਵਾ ਕਰੇਗਾ। ਜੀ ਅਸੀਂ ਵੀ ਆਸਾਂ ਲਾਈਆਂ ਬੈਠੇ ਹਾਂ ਵੀ ਸਾਡੇ ਘਰ ਧੀਆਂ ਨੇ, ਪੁੱਤਰ ਹੁੰਦਾ ਤਾਂ ਸਾਡਾ ਕੁਝ ਹੋ ਜਾਂਦਾ ਸੀ। ਤੇ ਜਿਹਨਾਂ ਦੇ ਘਰ ਪੁੱਤਰ ਨੇ, ਪੁੱਛੋ ਉਹਨਾਂ ਨੂੰ ਜਾ ਕੇ ਕਿੰਨਾ ਕੁ ਹੋ ਜਾਂਦਾ ਉਹਨਾਂ ਦਾ। ਉਹ ਪੁੱਤਰਾਂ ਨੇ ਗਲਾਂ 'ਚ ਫਾਹੀਆਂ ਪਾਈਆਂ ਹੋਈਆਂ ਉਹਨਾਂ ਦੇ, ਮਾਂ ਆਪਦੇ ਗਲ ਵਿੱਚ ਅੰਗੂਠਾ ਦੇ ਕੇ ਪੈਸੇ ਕਢਾਈ ਜਾਂਦਾ ਉਹ। ਅਤੇ ਫਿਰ ਕਈ ਵਾਰ ਮਾਂ ਕਿ ਤੇਰੇ ਵਰਗਾ ਨਾ ਹੁੰਦਾ ਚੰਗਾ ਸੀ। ਆਪਾਂ ਸੁਣਦੇ ਹਾਂ ਕਈ ਵਾਰ ਮਾਂ ਕਿ ਤੇਰੇ ਵਰਗਾ ਨਾ ਹੁੰਦਾ ਨਾ ਕੋਈ ਚੰਗਾ ਸੀ, ਤੇਰੇ ਲਈ ਅਰਦਾਸਾਂ ਬੜੀਆਂ ਕੀਤੀਆਂ ਸਨ, ਜੇ ਪਤਾ ਹੁੰਦਾ ਤੂੰ ਇਹੋ ਜਿਹਾ ਨਿਕਲਣਾ, ਆਪਾਂ ਅਰਦਾਸਾਂ ਨਹੀਂ ਸੀ ਕਰਨੀਆਂ। ਹੁਣ ਝੂਠੀਆਂ ਆਸਾਂ ਸੀ ਵੀ ਸ਼ਾਇਦ ਪੁੱਤਰ ਆਏਗਾ ਤਾਂ ਸੁੱਖ ਦੇਵੇਗਾ। ਤਾਂ ਸਾਹਿਬ ਕਹਿਣ ਲੱਗੇ ਇਹ ਆਸ ਮਿੱਥਿਆ ਮਿੱਠੀ, ਇਹ ਮਿੱਠੀਆਂ ਲੱਗਦੀਆਂ ਨੇ ਝੂਠੀਆਂ ਆਸਾਂ। ਇਹ ਟੇਕ ਮਨੈ ਸਾਧਾਰੀ, ਇਹ ਮਨ ਵੀ ਹਮੇਸ਼ਾ ਟੇਕਾਂ ਲਾ ਕੇ ਰੱਖਦਾ ਹੈ, ਝੂਠੀਆਂ ਆਸਾਂ ਲਾ ਕੇ ਰੱਖਦਾ ਹੈ।
ਸਾਕਤ ਕੀਆਂ ਵਰਤਾ ਜਾਏ ਬਿਰਥਾਰੀ। ਸਾਕਤ ਮਨੁੱਖ ਦੀ ਉਮਰ ਜਿਹੜੀ ਹੈ ਉਹ ਵਿਅਰਥ ਦੇ ਕੰਮਾਂ ਵਿੱਚ ਇਵੇਂ ਵਿਅਰਥ ਜਾਂਦੀ ਹੈ ਜੈਸੇ ਕਾਗਦ ਕੇ ਭਾਰ ਮੂਸਾ ਟੂ ਗਵਾਵਤ। ਜਿਵੇਂ ਕਾਗਜ਼ਾਂ ਦੇ ਭਾਰ ਪਏ ਹੋਣ ਤੇ ਚੂਹਾ ਉਹਦੇ ਵੜ ਜਾਏ, ਉਹ ਕੱਟੀ ਜਾਵੇ, ਕੁਤਰੀ ਜਾਏ, ਉਹਨਾਂ ਨੂੰ ਢੇਰ ਲਾ ਦੇਵੇ। ਕਾਮ ਨਹੀਂ ਗਾਵਾਰੀ, ਪਰ ਉਸ ਗਵਾ ਦੇ ਕੰਮ ਨਹੀਂ ਆਉਂਦੇ। ਹੁਣ ਸਤਿਗੁਰੂ ਸਭ ਕੁਝ ਵੇਖ ਕੇ ਅਰਦਾਸ ਕਰਦੇ ਨੇ, ਵਾਹਿਗੁਰੂ ਕਿਤੇ ਅਸੀਂ ਸਾਕਤ ਨਾ ਬਣ ਜਾਈਏ। ਅਰਦਾਸ ਦੇ ਕਰ ਕਿਰਪਾ ਪਾਰ ਬ੍ਰਹਮ ਸੁਆਮੀ। ਹੇ ਪਾਰ ਪ੍ਰਮਾਤਮਾ ਵਾਹਿਗੁਰੂ ਜੀਓ, ਤੁਸੀਂ ਸਾਡੇ ਮਾਲਕ ਹੋ, ਸਾਡੇ 'ਤੇ ਕਿਰਪਾ ਕਰੋ। ਇਹ ਬੰਧਨ ਛੁਟਕਾਰੀ, ਇਹਨਾਂ ਬੰਧਨਾਂ ਤੋਂ, ਇਹ ਜਿਹੜੇ ਬੰਧਨ ਪਏ ਨੇ ਸਾਨੂੰ ਕਾਮ ਕ੍ਰੋਧ ਲੋਭ ਹੰਕਾਰ ਦੇ, ਨਿੰਦਾ ਦੇ, ਚੁਗਲੀਆਂ ਦੇ, ਝੂਠੀਆਂ ਆਸਾਂ ਦੇ, ਇਹਨਾਂ ਬੰਧਨਾਂ ਤੋਂ ਸਾਨੂੰ ਮੁਕਤ ਕਰ ਦਿਓ। ਬੋਡਤ ਅੰਧ ਨਾਨਕ ਪ੍ਰਭ ਕਾਟਤ। ਅਸੀਂ ਮਾਇਆ ਵਿੱਚ ਅੰਨੇ ਹੋਏ ਪਏ ਹਾਂ ਤੇ ਅੰਨੇ ਹੋ ਕੇ ਡੁੱਬ ਰਹੇ, ਸਾਨੂੰ ਪਤਾ ਹੀ ਨਹੀਂ ਹੈ। ਬੋਡਤ ਅੰਧ, ਅਸੀਂ ਅੰਨੇ ਹੋ ਕੇ ਡੁੱਬ ਰਹੇ ਹਾਂ। ਨਾਨਕ ਪ੍ਰਭ ਕਾਟਤ, ਹੈ ਨਾਨਕ ਆਖ ਪਰਮਾਤਮਾ ਤੁਸੀਂ ਕੱਢਣ ਵਾਲੇ ਹੋ, ਤੁਹਾਡੀ ਸਮਰੱਥਾ ਹੈ ਕਿ ਸਾਨੂੰ ਇਸ ਬੰਧਨਾਂ ਤੋਂ ਬਾਹਰ ਕੱਢ ਸਕਦੇ ਹੋ। ਸਾਜਣਾ ਸੰਗਾਰੀ, ਕਿਰਪਾ ਕਰੋ ਸਾਨੂੰ ਸਤਸੰਗਤ ਮਿਲ ਜਾਏ, ਆਪਾਂ ਸਤਸੰਗਤ ਕਰੀਏ। ਹੁਣ ਸਤਸੰਗਤ ਕਰਨ ਦਾ ਭਾਵ ਹੀ ਇਹ ਹੈ ਕਿ ਜੋ ਸਾਡੇ ਅੰਦਰ ਔਗਣ ਨੇ, ਜੋ ਕਮੀਆਂ ਦੂਰ ਹੋ ਜਾਣ। ਤੇ ਜੇਕਰ ਸੰਗਤ ਕਰਕੇ ਵੀ, ਬਾਣੀ ਪੜ੍ਹ ਕੇ ਵੀ ਅਸੀਂ ਸਵਰੇ ਨਹੀਂ, ਜੇ ਸੁਧਾਰ ਨਹੀਂ ਹੋਇਆ, ਤੇ ਫਿਰ ਸਮਝ ਲੈਣਾ ਕਿ ਗੁਰਦੁਆਰੇ ਆਉਣ ਦਾ ਬਹੁਤਾ ਸਾਨੂੰ ਲਾਹਾ ਨਹੀਂ ਮਿਲਿਆ। ਜੇ ਬੱਚਾ ਕਲਾਸ ਵਿੱਚ ਜਾਏ ਤੇ ਕਲਾਸ ਵਿੱਚ ਜਾ ਕੇ ਜੋ ਟੀਚਰ ਪੜ੍ਹਾ ਰਿਹਾ ਉਸ ਦੇ ਅਮਲ ਹੀ ਨਹੀਂ ਹੈ, ਉਹਨੂੰ ਯਾਦ ਹੀ ਨਹੀਂ ਕਰਦਾ ਸਬਕ, ਉਹ ਫਿਰ ਪਾਸ ਨਹੀਂ ਹੋ ਸਕਦਾ। ਹੁਣ ਗੁਰਦੁਆਰੇ ਵੀ ਜਿਹੜਾ ਨਾ ਸਤਸੰਗਤ ਸਤਿਗੁਰ ਚਾੜ ਸਾਰ ਹੈ, ਜਿੱਥੇ ਹਰ ਗੁਣ ਸਿੱਖਾ। ਸਤਸੰਗਤ ਵੀ ਗੁਰੂ ਦੀ ਕਲਾਸ ਹੈ, ਸਕੂਲ ਹੈ। ਅਸੀਂ ਸਾਰੇ ਬੱਚੇ ਹਾਂ ਤੇ ਸਿੱਖਣ ਆਏ ਹਾਂ ਰੱਬ ਦੇ ਗੁਣ, ਤੇ ਸਾਡੇ ਜ਼ਿੰਦਗੀ ਰੱਬ ਦੇ ਗੁਣ ਆ ਜਾਣ। ਸਤਿਗੁਰ ਕਿਰਪਾ ਕਰਨ, ਅਸੀਂ ਸਾਖਤ ਨਾ ਬਣੀਏ, ਗੁਰਮੁਖ ਬਣੀਏ, ਤਾਂ ਕਿ ਸਾਡਾ ਸੰਸਾਰ ਵਿੱਚ ਆਉਣਾ, ਇਸ ਮਨੁੱਖਾ ਜੀਵਨ ਵਿੱਚ ਆਉਣਾ ਸਫਲ ਹੋ ਜਾਏ। ਅਰਦਾਸ ਕਰੀ, ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ ਤਰ ਦਰ ਦੇ ਗੁਲਾਮ ਹਾਂ, ਰਹਿਮਤ ਕਰ ਗੁਰਮੁਖਾਂ ਵਾਲਾ ਜੀਵਨ ਜੀਵੀਏ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।